ਇੰਦਰਪ੍ਰੀਤ ਕੌਰ ਨੇ ਇੱਕ ਮੈਸੇਜ ਦੂਸਰੇ ਗਰੁੱਪ ਵਿੱਚ ਪਾਇਆ ਹੈ ਤੇ ਥੱਲੇ ਲਿਖਿਆ ਹੋਇਆ ਹੈ, आई एम रियली सॉरी, गलती से सेंड हो गया। कई दफ़ा गलती भी बहुत कुछ सिखा जाती है। ਤੇ ਪੁਰਾਣੇ ਸਮਿਆਂ ਦੇ ਵਿੱਚ ਉਪਦੇਸ਼ ਕਹਾਣੀਆਂ ਦੁਆਰਾ ਦਿੱਤਾ ਜਾਂਦਾ ਸੀ। ਪੁਰਾਣੇ ਗ੍ਰੰਥ ਤੁਸੀਂ ਪੜ੍ਹੋਗੇ ਨਾ, ਉਹਦੇ ਵਿੱਚ ਪ੍ਰਤੀਕ ਕਹਾਣੀਆਂ ਹਨ। ਕਹਾਣੀਆਂ ਨੂੰ ਯਾਦ ਰੱਖਣਾ ਸਿਖਾਲਾ ਹੈ। ਇਹ ਵੀ ਇੱਕ ਛੋਟੀ ਜਿਹੀ ਪ੍ਰਤੀਕ ਕਹਾਣੀ ਹੈ, ਜਿਹਦੇ ਦੁਆਰਾ ਸੰਗਤ ਦਾ ਅਸਰ ਸਮਝਾਇਆ ਗਿਆ ਹੈ। ਤੇ ਪ੍ਰਤੀਕ ਵੀ ਬੜੇ ਪਿਆਰੇ ਚੁਣੇ ਹਨ, ਪਰ ਕਹਾਣੀ ਦੇ ਵਿੱਚ ਮੈਂ ਥੋੜ੍ਹਾ ਜਿਹਾ ਸੁਧਾਰ ਕਰੂੰਗਾ। ਜਿਸ ਢੰਗ ਨਾਲ ਲਿਖੀ ਹੈ ਉਹ ਆਮ ਸਧਾਰਨ ਬੁੱਧੀਜੀਵੀ ਨੇ ਲਿਖੀ ਹੋਵੇਗੀ। ਪ੍ਰਤੀਕ ਬੜੇ ਪਿਆਰੇ ਹਨ। ਇੱਕ ਹੈ ਭੰਵਰਾ, ਦੂਸਰਾ ਹੈ ਗੋਬਰ ਦਾ ਕੀੜਾ। ਦੋਵਾਂ ਦੀ ਮਿੱਤਰਤਾਈ ਹੋਊਗੀ। ਬਗੀਚੇ 'ਚ ਜਾਂਦੇ ਹੋਣਗੇ ਤੇ ਗੋਬਰ ਦਾ ਕੀੜਾ ਥੱਲੇ ਬੈਠਦਾ ਸੀ ਗੋਬਰ ਤੇ ਭੰਵਰਾ ਉੱਪਰ ਫੁੱਲਾਂ ਦੇ ਉੱਪਰ ਮੰਡਰਾਉਂਦਾ ਹੈ ਤੇ ਇੱਕ ਦੂਸਰੇ ਨੂੰ ਦੇਖਦੇ ਹਨ ਦੋਨੋਂ, ਤੇ ਕੋਈ ਨਾ ਕੋਈ ਗੱਲਬਾਤ ਹੁੰਦੀ ਹੋਵੇਗੀ। ਪਰ ਖਿਆਲ ਵਿੱਚ ਰੱਖਣ ਯੋਗ ਹੈ ਵੀ ਦੂਰੋਂ ਦੇਖਣ ਨੂੰ ਦੋਵੇਂ ਇੱਕੋ ਜਿਹੇ ਲੱਗਦੇ ਹਨ। ਤੁਸੀਂ ਦੇਖਿਆ ਹੀ ਹੋਵੇਗਾ ਵੀ ਗੋਬਰ ਦਾ ਕੀੜਾ ਵੀ ਕਾਲਾ ਹੀ ਹੁੰਦਾ ਹੈ, ਓਡਾ ਕੀ ਆਕਾਰ ਹੁੰਦਾ ਹੈ, ਦੂਰੋਂ ਨਹੀਂ ਪਤਾ ਲੱਗਦਾ ਹੈ ਭੰਵਰੇ ਦਾ ਤੇ ਗੋਬਰ ਦੇ ਕੀੜੇ ਦਾ। ਤੇ ਭੰਵਰਾ ਪ੍ਰਤੀਕ ਹੈ ਗੁਰਮੁਖ ਦਾ, ਗੋਬਰ ਦਾ ਕੀੜਾ ਪ੍ਰਤੀਕ ਹੈ ਮਨਮੁਖ ਦਾ। ਤੇ ਗੁਰਮੁਖ ਰਸ ਲੈਂਦਾ ਹੈ ਉੱਪਰਲਾ, ਫੁੱਲਾਂ ਦਾ ਰਸ। ਐਸੇ ਪ੍ਰਮਾਣ ਵੀ ਹਨ ਗੁਰਮੁਖ ਨੂੰ ਭੌਰੇ ਦੇ ਨਾਲ ਜਾਂ ਭੰਵਰਾ ਗੁਰਮੁਖ ਉਸ ਸ੍ਰੇਸ਼ਟ ਸੁਗੰਧ ਵੱਲ ਜਾਂਦਾ ਹੈ, ਚਰਨ ਕਮਲ ਮਕਰੰਦ ਲੋਭਤ ਮਨੁ, ਉਧਰ ਨੂੰ ਜਾਂਦਾ ਹੈ। ਗੁਰੂ ਦੇ ਚਰਨ ਕਮਲਾਂ ਦੇ ਚਰਨਾਂ ਨੂੰ ਕਮਲ ਕਿਹਾ ਹੈ, ਉਸ ਰਸ ਨੂੰ ਪੀਣ ਵਾਸਤੇ ਉਧਰ ਨੂੰ ਜਾਂਦਾ ਹੈ। ਪਰ ਜਿਹੜਾ ਗੋਬਰ ਦਾ ਕੀੜਾ ਹੈ, ਇਹ ਤੇ ਗੋਬਰ ਹੀ ਖਾ ਰਿਹਾ ਹੈ। ਤੇ ਜਦੋਂ ਕੋਈ ਪਸ਼ੂ ਤਾਜ਼ਾ ਗੋਬਰ ਕਰਦਾ ਹੈ ਨਾ, ਤੁਸੀਂ ਦੇਖਿਆ ਹੋਵੇਗਾ, ਤੇ ਇੱਕਦਮ ਬਹੁਤ ਸਾਰੇ ਕੀੜੇ ਗੋਬਰ ਤੇ ਚਾਰ ਛਪੇਰੇ ਤੋਂ ਉੱਡ ਕੇ ਗੋਬਰ ਤੇ ਆ ਜਾਂਦੇ ਹਨ। ਤੇ ਜਦੋਂ ਫੁੱਲ ਖਿੜਦੇ ਹਨ ਤੇ ਭੌਰੇ ਦੂਰੋਂ ਦੂਰੋਂ ਚੱਲ ਕੇ ਆਉਂਦੇ, ਉਹਦੇ ਉੱਤੇ ਮੰਡਰਾਉਂਦੇ ਹਨ। ਤੇ ਇਸ ਕਹਾਣੀ ਦੇ ਵਿੱਚ ਤੇ ਇਹ ਕਿਹਾ ਹੈ ਵੀ ਗੋਬਰ ਦੇ ਕੀੜੇ ਨੇ ਪਹਿਲਾਂ ਆਮੰਤਰਿਤ ਕੀਤਾ ਹੈ ਭੌਰੇ ਨੂੰ, ਤਾਂ ਉਹਨੇ ਨਿਮੰਤਰਣ ਮੰਨ ਲਿਆ ਹੈ, ਗੋਬਰ ਖਾਣ ਵਾਸਤੇ ਤਿਆਰ ਹੋ ਗਿਆ। ਪਰ ਐਸਾ ਹੁੰਦਾ ਨਹੀਂ। ਜਿਹੜਾ ਉੱਪਰਲਾ ਰਸ ਚੱਖ ਲੈਂਦਾ ਹੈ ਨਾ, ਉਹ ਹੇਠਲੇ ਰਸਾਂ ਦੇ ਵਿੱਚ ਨਹੀਂ ਜਾਂਦਾ ਹੈ। ਮੁੜ ਕੇ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਦੁਰਗੰਧ ਹੈ। ਭਾਵੇਂ ਗੋਬਰ ਦੇ ਕੀੜੇ ਨੂੰ ਨਹੀਂ ਪਤਾ ਹੈ ਦੁਰਗੰਧ ਹੈ, ਵਿਸ਼ਟਾ ਦੇ ਕੀੜੇ ਨੂੰ ਥੋੜ੍ਹੀ ਪਤਾ ਹੈ ਵਿਸ਼ਟਾ ਹੈ। ਤਾਂ ਉਹਨੂੰ ਪਤਾ ਥੋੜ੍ਹੀ ਹੈ। ਹੁਣ ਸੰਸਾਰੀ ਜਿਹੜਾ ਹੈ, ਮਨਮੁਖ ਹੈ, ਉਹਨੂੰ ਪਤਾ ਥੋੜ੍ਹੀ ਹੈ
ਵੀ ਜੋ ਮੈਂ ਭੋਗ ਰਿਹਾ ਹਾਂ ਇਹ ਵਾਸਤਵਿਕ ਨਹੀਂ ਹਨ ਰਸ। ਇਹ ਤੇ ਵੈਸੇ ਹੀ ਹਨ ਜਿਵੇਂ ਇੱਕ ਪ੍ਰਤੀਕ ਦੁਆਰਾ ਕਿਹਾ ਹੈ ਨਾ, ਮਾਖੀ ਚੰਦਨ ਪਰਹਰ ਜਹੈ ਬਿਗੰਧ ਚਹਿ ਜਾਏ। ਉਹ ਮੱਖੀ ਜਿਹੜੀ ਹੈ ਉਹ ਤੇ ਦੁਰਗੰਧ ਤੇ ਜਾ ਕੇ ਬਹਿੰਦੀ, ਚੰਦਨ ਤੇ ਥੋੜ੍ਹੀ ਬਵੇਗੀ। ਤੇ ਜਿੱਥੋਂ ਰਸ ਆ ਰਿਹਾ ਹੈ, ਜਿੱਥੋਂ ਸਵਾਦ ਆ ਰਿਹਾ ਹੈ, ਹੁਣ ਗੋਬਰ ਦੇ ਕੀੜੇ ਨੂੰ ਗੋਬਰ 'ਚੋਂ ਸਵਾਦ ਆਉਂਦਾ। ਫਿਰ ਦੂਸਰੀ ਗੱਲ ਇਹ ਹੈ ਵੀ ਗੋਬਰ ਦਾ ਕੀੜਾ ਆਮੰਤਰਿਤ ਕਰਦਾ ਹੈ ਅਗਰ ਭੌਰੇ ਨੂੰ, ਤੇ ਭੌਰਾ ਤੇ ਜਾਣਦਾ ਹੈ ਵੀ ਇਹ ਗੋਬਰ ਹੈ, ਇਹ ਦੁਰਗੰਧ ਹੈ, ਇਹ ਵਾਸਤਵਿਕ ਦੇ ਵਿੱਚ ਰਸ ਨਹੀਂ ਹੈ, ਇਹ ਹੇਠਲਾ ਰਸ ਹੈ, ਸੰਸਾਰਿਕ ਰਸ ਹੈ, ਵਾਸ਼ਨਾ ਦਾ ਰਸ ਹੈ, ਕਾਮਨਾ ਦਾ ਰਸ, ਇਹ ਵਾਸਤਵਿਕ ਨਹੀਂ ਹੈ। ਫਿਰ ਭੌਰਾ ਆਮੰਤਰਿਤ ਕਰਦਾ ਹੈ ਗੋਬਰ ਦੇ ਕੀੜੇ ਨੂੰ, ਤੇ ਗੋਬਰ ਦਾ ਕੀੜਾ ਵੀ ਉਹਦਾ ਨਿਮੰਤਰਣ ਛੇਤੀ ਮੰਨਦਾ ਨਹੀਂ ਹੈ, ਕਿਉਂਕਿ ਉਹਨੂੰ ਦਿਖਦਾ ਹੀ ਨਹੀਂ ਹੈ ਉਹਦਾ ਰਸ। ਹੁਣ ਗੁਰਮੁਖ ਪਿਆਰਾ ਜਿਹੜਾ ਰਸ ਮਾਣ ਰਿਹਾ ਹੈ, ਉਹ ਮਨਮੁਖ ਨੂੰ, ਸੰਸਾਰੀ ਨੂੰ ਦਿਖਦਾ ਥੋੜ੍ਹੀ ਹੈ। ਉਹ ਫੁੱਲ ਦੇ ਉੱਪਰ ਤੁਸੀਂ ਦੇਖੋਗੇ ਤੇ ਕੁਛ ਵੀ ਨਹੀਂ ਦਿਖਦਾ ਹੈ, ਪਰ ਭੌਰ ਆਣ ਕੇ ਰਸ ਚੂਸਦਾ ਹੈ। ਉਹ ਸੁਗੰਧ ਦਿਖਦੀ ਥੋੜ੍ਹੀ ਹੈ ਫੁੱਲ ਦੀ। ਤੇ ਗੋਬਰ ਦਾ ਕੀੜਾ ਤਰਕ ਵੀ ਦਿੰਦਾ ਹੋਵੇਗਾ ਵੀ ਕੀ ਹੈ ਤੇਰੇ ਕੋਲ, ਕਿੱਥੇ ਹੈ ਜਿਹੜਾ ਤੂੰ ਰਸ ਕਹਿਣਾ, ਮੈਨੂੰ ਤੇ ਦਿਖਦਾ ਨਹੀਂ, ਮੇਰੇ ਕੋਲ ਦੇਖ ਕਿੰਨਾ ਕੁਛ ਹੈ, ਕਿੰਨੇ ਪਦਾਰਥ ਹਨ। ਗੋਬਰ ਦਾ ਢੇਰ ਹੈ। ਤੋ ਗੋਬਰ ਨੂੰ ਇਕੱਠਾ ਕਰ ਕਰਕੇ ਤੁਸੀਂ ਦੇਖਿਆ ਹੋਵੇਗਾ, ਅਗਰ ਸ਼ਾਇਦ ਕਿਸੇ ਨੇ ਟੀਵੀ 'ਚ ਵੀ ਦੇਖਿਆ ਹੋਵੇ, ਵੀ ਉਹ ਇੱਕ ਖਿੱਦੋ ਗੇਂਦ ਬਣਾ ਬਣਾ ਕੇ ਗੋਬਰ ਦੀ ਤੇ ਆਪਣੀ ਖੁੱਡ ਵਿੱਚ ਲੈ ਕੇ ਜਾਂਦਾ ਹੈ, ਤੋ ਜਮ੍ਹਾਂ ਕਰਦਾ ਰਹਿੰਦਾ ਆਪਣੇ ਵਾਸਤੇ, ਬੱਚਿਆਂ ਵਾਸਤੇ। ਇੱਦਾਂ ਹੀ ਸੰਸਾਰੀ ਕਰ ਰਿਹਾ ਹੈ ਨਾ, ਆਪਣੇ ਪਰਿਵਾਰ ਵਾਸਤੇ, ਬੱਚਿਆਂ ਵਾਸਤੇ ਇਕੱਠਾ ਕਰ ਰਿਹਾ ਹੈ ਗੋਬਰ। ਜੋ ਪਦਾਰਥ ਇਕੱਠੇ ਕਰ ਰਿਹਾ ਹੈ, ਧਨ ਇਕੱਠਾ ਕਰ ਰਿਹਾ ਹੈ ਰਸ ਭੋਗਣ ਵਾਸਤੇ ਸੰਸਾਰ ਦੇ। ਤੇ ਗੋਬਰ ਦਾ ਕੀੜਾ ਕਹਿੰਦਾ ਹੈ ਵੀ ਮੇਰੇ ਕੋਲ ਤੇ ਹੈ, ਦਿਖ ਰਿਹਾ ਹੈ, ਤੂੰ ਆ, ਇੱਥੇ ਵਾਧੂ ਹੈ, ਦੇਖੋ। ਪਰ ਗੁਰਮੁਖ ਪਿਆਰਾ ਕਹਿੰਦਾ ਹੈ ਵੀ ਮੇਰਾ ਭਾਵੇਂ ਰਸ ਤੈਨੂੰ ਨਹੀਂ ਵੀ ਦਿਖਦਾ, ਆਨੰਦ ਨਹੀਂ ਦਿਖਦਾ, ਅੰਦਰਲਾ ਹੈ, ਸੂਖਸ਼ਮ ਹੈ, ਪਰ ਤੇਰਾ ਜਿਹੜਾ ਰਸ ਹੈ ਬਿਲਕੁਲ ਵਿਅਰਥ ਹੈ। ਇਹ ਦੁਰਗੰਧ ਹੈ ਜਿਹਨੂੰ ਤੂੰ ਸੁਗੰਧ ਸਮਝਦਾ। ਪਰ ਗੋਬਰ ਦਾ ਕੀੜਾ ਵੀ ਏਡੀ ਛੇਤੀ ਮੰਨਦਾ ਨਹੀਂ ਹੈ, ਕਿਉਂਕਿ ਜਿੰਨਾ ਚਿਰ ਗੋਬਰ ਦਾ ਕੀੜਾ ਗੋਬਰ ਨੂੰ ਦੁਰਗੰਧ ਨਹੀਂ ਸਮਝਦਾ ਹੈ, ਉਹਨਾਂ ਚਿਰ ਉਹ ਗੋਬਰ ਨੂੰ ਛੱਡਦਾ ਨਹੀਂ ਹੈ, ਉਹਦੇ ਸੰਗ ਵਿੱਚ ਆਉਂਦਾ ਨਹੀਂ ਹੈ। ਭਾਵੇਂ ਗੁਰਮੁਖ ਪਿਆਰਾ ਵਾਰ-ਵਾਰ ਆਮੰਤਰਿਤ ਕਰਦਾ ਹੈ। ਇੱਦਾਂ ਹੀ ਕਰਦੇ ਹਨ ਨਾ ਗੁਰਮੁਖ ਪਿਆਰੇ, ਕਈ ਵਾਰ-ਵਾਰ ਰਿਕਾਰਡਿੰਗਾਂ ਭੇਜਦੇ ਰਹਿੰਦੇ ਹਨ, ਕਈ ਨਹੀਂ ਵੀ ਸੁਣਦੇ ਹਨ, ਨਾਰਾਜ਼ ਵੀ ਹੋ ਜਾਂਦੇ ਹਨ। ਉਹ ਭਾਵੇਂ ਨਾਰਾਜ਼ ਵੀ ਹੋਈ ਜਾਣ ਤਾਂ ਵੀ ਉਹ ਰਿਕਾਰਡਿੰਗਾਂ ਭੇਜਦੇ ਹੀ ਰਹਿੰਦੇ ਹਨ ਵੀ ਸ਼ਾਇਦ ਮੋੜ ਆਉਣ, ਸਤਸੰਗ ਦੇ ਵਿੱਚ ਆ ਜਾਣ, ਇਹ ਪਰਮ ਰਸ ਨੂੰ ਉਹ ਵੀ ਚੱਖ ਲੈਣ। ਇਹ ਵਾਸਤਵਿਕ ਰਸ ਜਿਹੜਾ ਹੈ ਅੰਦਰਲਾ ਹੈ, ਉੱਪਰਲਾ ਹੈ, ਤਾਂ ਉਹਨਾਂ ਨੂੰ ਦਿਖਦਾ ਨਹੀਂ ਹੈ। ਉਹਨਾਂ ਨੂੰ ਗੋਬਰ ਦਾ ਕੀੜਾ ਦਰਅਸਲ ਉੱਪਰ ਨੂੰ ਦੇਖਦਾ ਹੀ ਨਹੀਂ ਹੈ ਕਿ ਉੱਪਰ ਫੁੱਲ ਖਿੜਿਆ ਹੋਇਆ ਹੈ। ਉਹਨੂੰ ਫੁਰਸਤ ਕਿੱਥੇ ਉੱਪਰ ਨੂੰ ਦੇਖਣ ਦੀ, ਉਹ ਤੇ ਗੋਹੇ 'ਚ ਮੂੰਹ ਗੱਡਿਆ ਹੋਇਆ ਉਹਦਾ। ਤੋ ਸਗੋਂ ਗੁਰਮੁਖ ਨੂੰ ਕਹਿੰਦਾ ਹੈ ਵੀ ਤੂੰ ਆ ਜਾ ਥੱਲੇ ਨੂੰ,
ਕਈ ਰਿਕਾਰਡਿੰਗਾਂ ਸੁਣਦੇ ਹਨ ਨਾ, ਅਗਰ ਰਸ ਨਹੀਂ ਆਇਆ ਹੈ ਉੱਪਰਲਾ ਉਹਨਾਂ ਨੂੰ, ਤੇ ਹੇਠਲੇ ਰਸ ਦੇ ਵਿੱਚ ਜੇ ਆਕਰਸ਼ਣ ਹੈ, ਚੰਗਾ ਲੱਗਦਾ ਹੈ, ਤੇ ਉਹਨਾਂ ਨੂੰ ਸੰਸਾਰੀ ਲੋਕ ਥੱਲੇ ਨੂੰ ਖਿੱਚ ਲੈਂਦੇ ਹਨ। ਕਹਿੰਦੇ ਹਨ ਕੀ ਸੁਣੀ ਜਾਂਦੇ ਤੁਸੀਂ, ਇਹ ਸੁਣ ਕੇ ਤੁਸੀਂ ਸੰਸਾਰ ਤੋਂ ਵੀ ਜਾਓਗੇ। ਵੀ ਸੰਸਾਰ ਵੀ ਤੁਹਾਡਾ ਛੁੱਟ ਜਾਵੇਗਾ, ਸੰਸਾਰ ਦੀਆਂ ਸੁੱਖ ਸੁਵਿਧਾ ਛੁੱਟ ਜਾਣਗੀਆਂ, ਇਹ ਤੁਹਾਨੂੰ ਛਡਾ ਦੇਣਗੇ ਸੰਸਾਰ 'ਚ, ਤੇ ਸੰਸਾਰ ਦੇ ਸੁੱਖ ਮਾਣੋ। ਆਓ ਤੁਹਾਨੂੰ ਦਸੀਏ ਕਿਵੇਂ ਸੁੱਖ ਭੋਗੀ ਦੇ ਹਨ, ਕਿੰਨਾ ਹੀ ਸੁੱਖ ਭੋਗ ਰਹੇ ਹਨ ਸੰਸਾਰੀ ਲੋਕ। ਫਿਰ ਦੱਸਦੇ ਵੀ ਹਨ ਭੋਗਦੇ ਹੋਏ ਸੰਸਾਰੀ ਸੁੱਖ ਨੂੰ। ਸੰਸਾਰੀ ਆਦਮੀ ਬਹੁਤ ਐਡ ਕਰਦਾ ਹੈ ਸੁੱਖਾਂ ਦੀ ਵੀ, ਤੁਸੀਂ ਦੇਖਿਆ ਹੀ ਹੈ। ਹੁਣ ਤੇ ਅਜੋਕੇ ਸਮੇਂ 'ਚ ਟੀਵੀ 'ਚ ਆ ਸੋਸ਼ਲ ਮੀਡੀਆ 'ਤੇ ਲੋਕ ਰਸ ਪਦਾਰਥ ਖਾਂਦੇ ਹਨ ਤੇ ਬੜਾ ਸਵਾਦ ਦਿਖਾਉਂਦੇ ਹਨ, ਬੜਾ ਮਜ਼ਾ ਆ ਰਿਹਾ ਹੈ। ਕੋਈ ਗੱਡੀਆਂ ਮੋਟਰਾਂ 'ਚ ਬੈਠ ਕੇ ਕਹਿੰਦਾ ਹੈ ਬੜਾ ਮਜ਼ਾ ਆ ਰਿਹਾ ਹੈ, ਕੋਈ ਉਹ ਮਜ਼ਾ ਦਿਖਾਉਂਦੇ ਹਨ, ਤੇ ਮਜ਼ਾ ਬਾਹਰੋਂ ਦੇਖ ਕੇ ਤੇ ਆਕਰਸ਼ਿਤ ਹੁੰਦੇ ਹਨ ਨੌਜਵਾਨ, ਵੀ ਦੇਖੋ ਕਿੰਨਾ ਮਜ਼ਾ ਨਹੀਂ ਆ ਰਿਹਾ ਉਹਨਾਂ ਨੂੰ, ਤੇ ਮੈਂ ਵੀ ਮਜ਼ਾ ਲਵਾਂ। ਤੇ ਬਾਹਰੋਂ ਦਿਖਦਾ ਵੀ ਹੈ, ਧਨ ਪਦਾਰਥ ਹੈ, ਸੁੱਖ ਸਹੂਲਤਾਂ ਹਨ, ਦਿਖ ਰਹੀਆਂ ਹਨ। ਗੋਬਰ ਦੇ ਕੀੜੇ ਦਾ ਗੋਬਰ ਤੇ ਦੇਖ ਹੀ ਰਿਹਾ ਹੈ ਨਾ, ਤੋ ਗੋਬਰ ਖਾ ਰਿਹਾ ਹੈ, ਜਮਾ ਵੀ ਕਰ ਰਿਹਾ ਹੈ। ਪਰ ਗੋਬਰ ਦੇ ਕੀੜੇ ਨੂੰ ਇਹ ਭੰਵਰੇ ਦੇ ਰਸ ਦਾ ਨਹੀਂ ਪਤਾ ਹੈ, ਉਹ ਦਿਖਦਾ ਵੀ ਨਹੀਂ ਹੈ, ਸੂਖਸ਼ਮ ਹੈ, ਉੱਪਰਲਾ ਰਸ ਹੈ। ਹੁਣ ਉੱਪਰ ਨੂੰ ਤੱਕੇਗਾ ਤੇ ਤਾਂ ਹੀ ਦੇਖੇਗਾ ਨਾ। ਤੇ ਕਦੇ ਕਦੇ ਭੰਵਰੇ ਦੀ ਗੱਲ ਮੰਨ ਕੇ ਕੋਈ ਗੋਬਰ ਦਾ ਕੀੜਾ ਥੋੜ੍ਹਾ ਜਿਹਾ ਉੱਪਰ ਨੂੰ ਦੇਖਦਾ ਹੈ, ਝਾਕਦਾ ਹੈ, ਥੋੜ੍ਹੀ ਜਿਹੀ ਸੰਗਤ ਕਰਦਾ ਹੈ ਉਹਦੀ, ਗੁਰਮੁਖ ਪਿਆਰੇ ਦੀ, ਜਿਹੜਾ ਉੱਪਰਲਾ ਰਸ ਪੀ ਰਿਹਾ ਹੈ, ਪਰਮ ਰਸ, ਪਰਮਾਤਮਾ ਦਾ ਰਸ। ਤੇ ਉਧਰ ਨੂੰ ਦੇਖਦਾ ਹੈ, ਝਾਕਦਾ ਹੈ, ਥੋੜ੍ਹੀ ਸੰਗਤ ਕਰਦਾ ਹੈ, ਉਹਦੇ ਕੋਲ ਬੈਠਦਾ ਹੈ, ਤੇ ਹੌਲੀ ਹੌਲੀ ਉਹਦੀ ਰੰਗਤ ਚੜ੍ਹਦੀ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਵੀ ਵਾਸਤਵਿਕ ਦੇ ਵਿੱਚ ਇੱਧਰ ਹੈ ਸੁਗੰਧ, ਇੱਧਰ ਹੈ ਵਾਸਤਵਿਕ ਦੇ ਵਿੱਚ ਰਸ। ਪਰ ਫਿਰ ਖਿਆਲ ਵਿੱਚ ਰੱਖਿਓ, ਇਸ ਕਹਾਣੀ ਦੇ ਵਿੱਚ ਤੇ ਇਹ ਕਿਹਾ ਹੈ ਨਾ ਵੀ ਭੰਵਰਾ ਨਿਮੰਤਰਣ ਮੰਨਦਾ ਹੈ ਗੋਬਰ ਦੇ ਕੀੜੇ ਦਾ, ਨਹੀਂ, ਉਹ ਭੰਵਰਾ ਨਹੀਂ ਹੋਵੇਗਾ, ਉਹ ਗੁਰਮੁਖ ਨਹੀਂ ਹੋਵੇਗਾ, ਉਹਨੂੰ ਪਰਮ ਰਸ ਨਹੀਂ ਆਇਆ ਹੋਵੇਗਾ। ਜਿਹਨੂੰ ਪਰਮ ਰਸ ਆ ਜਾਂਦਾ ਉਹ ਥੱਲੇ ਨੂੰ ਨਹੀਂ ਜਾਂਦਾ, ਥਲੜਿਆਂ ਨੂੰ ਖਿੱਚਦਾ ਹੈ ਉੱਪਰ ਨੂੰ, ਵੀ ਆਓ ਵਾਸਤਵਿਕ ਦੇ ਵਿੱਚ ਇਹ ਰਸ ਹੈ। ਹਾਂ, ਤੇ ਝੂਠੇ ਸੁੱਖ ਹਨ, ਝੂਠੇ ਰਸ ਹਨ, ਇਹ ਤੁਹਾਨੂੰ ਲੱਗਦੇ ਹਨ ਰਸ। ਗੋਬਰ ਦਾ ਕੀੜਾ ਬੜਾ ਵਧੀਆ ਲੱਗਦਾ, ਤੇ ਬੜਾ ਵਧੀਆ ਪ੍ਰਤੀਕ ਹੈ ਦੋਵਾਂ ਦਾ, ਗੋਬਰ ਦੇ ਕੀੜੇ ਦਾ ਤੇ ਭੰਵਰੇ ਦਾ। ਇਸ ਪ੍ਰਤੀਕ ਦੁਆਰਾ ਗੁਰਮੁਖ ਤੇ ਮਨਮੁਖ ਨੂੰ ਤੁਸੀਂ ਸਮਝ ਸਕਦੇ ਹੋ। ਮਨਮੁਖ ਹੇਠਲੇ ਸੰਸਾਰਿਕ ਰਸ ਲੈਂਦਾ ਹੈ, ਸੰਸਾਰ ਦੇ ਰਸਾਂ ਨੂੰ ਹੀ ਸ੍ਰੇਸ਼ਟ ਸਮਝਦਾ ਹੈ, ਇਹਨਾਂ ਸੁੱਖਾਂ ਨੂੰ ਹੀ ਵਾਸਤਵਿਕ ਸਮਝਦਾ ਹੈ, ਤੇ ਗੁਰਮੁਖ ਇਹਨਾਂ ਸੁੱਖਾਂ ਨੂੰ ਵਿਅਰਥ ਸਮਝਦਾ ਹੈ। ਸੁਖ ਪੱਲਰ ਤਿਆਗ, ਇਹ ਕੂੜੇ ਸੁੱਖ ਹਨ, ਵਿਅਰਥ ਦੇ ਹਨ, ਛਲਾਵਾ ਹੈ। ਤੋ ਪਰਮ ਸੁੱਖ ਦੀ ਗੱਲ ਕਰਦਾ ਹੈ, ਪਰਮ ਆਨੰਦ ਦੀ ਗੱਲ ਕਰਦਾ ਹੈ, ਉੱਪਰੋਂ ਪੁਕਾਰਦਾ ਹੈ, ਉੱਤੇ ਗੁੰਜਾਰ ਕਰਦਾ ਹੈ,
ਤੇ ਕਦੇ ਕਦੇ ਕੋਈ ਕੋਈ ਇਹ ਹੇਠਲੇ ਰਸ ਨੂੰ ਛੱਡ ਕੇ, ਇਸ ਗੋਬਰ ਨੂੰ ਛੱਡ ਕੇ ਫਿਰ ਉਹਦੀ ਭੌਰੇ ਦੀ ਸੰਗਤ ਕਰਦਾ ਹੈ। ਕੀੜਾ ਤੇ ਨਹੀਂ ਕਰੇਗਾ ਦਰਅਸਲ, ਇਹ ਤਾਂ ਸਿਰਫ ਪ੍ਰਤੀਕ ਹੀ ਹਨ, ਪ੍ਰਤੀਕਾਂ ਦੁਆਰਾ ਸਮਝਾਇਆ ਜਾਂਦਾ ਹੈ। ਪਰ ਮਨਮੁਖ ਜਿਹੜਾ ਹੈ ਉਹ ਅਗਰ ਆਪਣੀ ਮਨਮਤ ਛੱਡਦਾ ਹੈ, ਧੀਰੇ ਧੀਰੇ ਗੁਰਮੁਖ ਦੀ ਸੰਗਤ ਵਿੱਚ ਆਉਂਦਾ ਹੈ ਤੇ ਹੌਲੀ ਹੌਲੀ ਸਤ ਸੰਗਤ ਦੁਆਰਾ ਉਹਨੂੰ ਧੀਰੇ 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 ਅੰਦਰ ਦਾ ਪਤਾ ਲੱਗਦਾ ਹੈ ਵੀ ਜਿਹੜੇ ਰਸ ਨੂੰ ਮੈਂ ਬਾਹਰ ਖੋਜਦਾ ਸੀ ਉਹ ਰਸਤੇ ਮੇਰੇ ਅੰਦਰ ਹੈ, ਉਹ ਰਸਤੇ ਉੱਥੇ ਹੈ, ਉਹਨਾਂ ਫੁੱਲਾਂ ਦੇ ਵਿੱਚ ਹੈ ਜਿਹੜੇ ਫੁੱਲ ਖਿੜੇ ਹੋਏ ਹਨ। ਤੇ ਉਹ ਫਿਰ ਉਹ ਰਸ ਦੀ ਮੰਗ ਕਰਦਾ ਹੈ। ਚਰਨ ਕਮਲ ਮਕਰੰਦ ਲੋਭਤ ਮਨੋ, ਮਨ ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾ ਤੇਰੇ ਨਾਮ ਵਾਸਾ। ਕਹਿੰਦੇ ਉਹ ਦੇ ਦਿਓ ਮੈਂ, ਫਿਰ ਉਧਰ ਨੂੰ ਆਉਂਦਾ ਉਹ ਭੌਰਾ। ਐਸੇ ਬਹੁਤ ਸਾਰੀਆਂ ਪੰਕਤੀਆਂ ਵੀ ਹਨ। ਇਹ ਮਨ ਭੌਰਾ ਕਰ ਤੂੰ, ਗੁਰ ਚਰਨ ਕਰ ਕੌਲਾ। ਗੁਰੂ ਦੇ ਚਰਨ ਕਮਲ ਹਨ, ਉਹਨਾਂ ਉੱਪਰ ਫਿਰ ਭੌਰਾ ਗੁਰਮੁਖ ਪਿਆਰਾ ਮੰਡਰਾਉਂਦਾ ਹੈ ਤੇ ਉਹ ਰਸ ਵਾਸਤਵਿਕ ਦੇ ਵਿੱਚ ਪਾਉਂਦਾ ਹੈ ਜਿਹੜਾ ਗੁਰੂ ਦੇ ਚਰਨਾਂ ਦਾ ਭੌਰਾ ਬਣ ਜਾਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਇਹ ਰਸ ਵਿਨਮਰਤਾ ਦੁਆਰਾ ਮਿਲਦਾ ਹੈ। ਇਸ ਕਰਕੇ ਚਰਨ ਕਮਲ ਕਿਹਾ ਹੈ। ਇਹ ਝੁਕ ਕੇ ਮਿਲਦਾ ਹੈ, ਇਹ ਨਿਮ ਕੇ ਮਿਲਦਾ ਹੈ, ਇਹ ਸਮਰਪਿਤ ਹੋ ਕੇ ਮਿਲਦਾ ਹੈ, ਸਮਰਪਣ ਦੁਆਰਾ ਮਿਲਦਾ ਹੈ। ਇਹ ਆਪ ਗਵਾ ਕੇ ਮਿਲਦਾ ਹੈ, ਆਪ ਮਿਟਾ ਕੇ ਮਿਲਦਾ ਹੈ। ਆਪ ਗਵਾਈਏ ਤਾਂ ਸੋ ਪਾਈਏ, ਅਵਰ ਕੈਸੀ ਚਿਤਰਾਏ।